श्री वाहिगुरु साहिब जीओ। बड़वा बड्डी नहीं तब आनी, लै जय है कित को मन जानी। बड़वा बड्डी नहीं तब आनी, लै जय है कित को मन जानी। सतनाम सिरे वाहेगुरु जी। जैसे जल तोय बिन अंबर मलिन होत, बिन तेल मिले जैसे केसों प्यान है। जैसे बिन मांझे दर्पण ज्योतिहीन होत, बरखा वियोन जैसे खेत में न तान है। जैसे बिन दीपक पवन अंधकार होत, लोने कृत बिन जैसे भोजन समान है। तैसे बिन साध संगत जन्म मरण दुख, मिटत न भ्रम भय बिन घोर ज्ञान है। एक ओंकार सतगुरु ते प्रसाद सच होए। वाहेगुरु जी की फतेह। विघ्न विनाशन सोए। वाहेगुरु जी की फतेह। विघ्न विनाशन सोए। वाहिगुरु जी का खालसा, वाहिगुरु जी की फतेह। परम सत्कार जोग गुरु रूप खालसा साध संगत जी। जितने भी माई भाई नेमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਸਤਿਗੁਰੂ ਜੀ ਧਰਤੀ ਦਾ ਭਾਰ ਹੌਲਾ ਕਰਦਿਆਂ ਹੋਇਆਂ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਕਿਰਪਾਨਪੇਟ ਸਾਹਿਬ ਹੈ, ਇਸ ਥਾਂ 'ਤੇ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਸੀ। ਜਿਹੜਾ ਸੀ ਤੁਰਕਾਂ ਦੀਆਂ ਫੌਜਾਂ ਦਾ ਨਵਾਬ, ਜਦੋਂ ਉਹਨੇ ਦੇਖਿਆ ਵੀ ਕਿਤੇ ਗੁਰੂ ਜੀ ਆਪਣਾ ਭੇਸ ਬਦਲ ਕਰਕੇ ਸ਼ਾਹੀ ਫੌਜਾਂ 'ਚੋਂ ਬਚ ਕਰਕੇ ਅੱਗੇ ਨਾ ਲੰਘ ਜਾਣ, ਹੁਣ ਇਹਨੇ ਫਿਰ ਤਬਦੀਸ਼ ਕਰਨ ਵਾਸਤੇ ਜਿਹੜਾ ਸੀ ਨੂਰਪੁਰੇ ਦੇ ਰਹਿਣ ਵਾਲਾ ਸੈਯਦ ਕਾਜੀ ਮੁਹੰਮਦ, ਉਹਨੂੰ ਬੁਲਾਇਆ। ਇਹਨੇ ਜਦੋਂ ਆ ਕਰਕੇ ਦਸ਼ਮੇਸ਼ ਪਿਤਾ ਦੇ ਤੰਬੂ 'ਚ ਦੀਦਾਰ ਕੀਤੇ, ਪਹਿਚਾਣ ਕਰ ਲਈ ਵੀ ਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਹੀ ਉੱਚ ਦੇ ਪੀਰ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ। ਮਹਾਰਾਜ ਨੇ ਦੂਰੋਂ ਇਹਨੂੰ ਇਸ਼ਾਰਾ ਕਰਕੇ ਪਿੱਛੇ ਨੂੰ ਮੋੜਤਾ ਵੀ ਪਹਿਲਾਂ ਤੋਂ ਤੁਰਕਾਂ ਮੁਸਲਮਾਨਾਂ ਮੁਗਲਾਂ ਦੀ ਕਚਹਿਰੀ 'ਚ ਜਾਇਆ, ਫਿਰ ਆ ਕਰਕੇ ਦਰਸ਼ਨ ਕਰ ਲੈਣੇ ਹਨ। ਇਹਨੇ ਜਾਣ ਸਾਰ ਭਾਵੇਂ ਇਹ ਜਿਹੜਾ ਨਵਾਬ 5000 ਦੀ ਫੌਜ ਦਾ ਮਾਲਕ ਸੀ, ਨੇੜੇ ਹੋਰ ਵੀ ਬਹੁਤ ਸਾਰੇ
ਨੌਕਰ ਚਾਕਰ ਬੈਠੇ ਸਨ। ਸੈਯਦ ਪੀਰ ਮੁਹੰਮਦ ਕਾਜੀ ਨੂੰ ਪੁੱਛਣ ਲੱਗਾ ਵੀ ਦੱਸ ਬਈ ਤੂੰ ਇਹਨਾਂ ਨੂੰ ਜਾਣਦਾ ਹੈ ਜਾਂ ਨਹੀਂ ਜਾਣਦਾ, ਕਿਤੇ ਪਹਿਲਾਂ ਵੀ ਦਰਸ਼ਨ ਕੀਤੇ ਹਨ ਜਾਂ ਨਹੀਂ। ਉਸੇ ਵਕਤ ਇਹਨੇ ਆਪਣੇ ਵੱਲੋਂ ਐਨ ਬੇਡਰ ਹੋ ਕਰਕੇ, ਜਿਵੇਂ ਕਚਹਿਰੀ ਦੇ ਵਿੱਚ ਕਿਸੇ ਦੀ ਗਵਾਹੀ ਦੇਈਦੀ ਹੈ, ਇਹਨੇ ਵੀ ਆਪਣੇ ਵੱਲੋਂ ਸਤਿਗੁਰੂ ਜੀ ਦੀ ਜਿਹੜੀ ਗਵਾਹੀ ਭਰ ਦਿੱਤੀ ਵੀ ਇਹ ਤਾਂ ਬੜੀਆਂ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਨੇ, ਜੇ ਚਾਹੁਣ ਇੱਕ ਵਚਨ ਦੁਆਰਾ ਧਰਤੀ ਵੀ ਉਲਟਾ ਸਕਦੇ ਹਨ। ਮੈਂ ਤਾਂ ਇਹਨਾਂ ਦੇ ਬਚਨਾਂ ਦੀ ਪਹਿਲਾਂ ਕਈ ਦਫਾ ਪਰਖ ਕੀਤੀ ਹੋਈ ਹੈ, ਕਿਤੇ ਜ਼ਬਾਨ 'ਚੋਂ ਸੁੱਤੇ ਸਿੱਧ ਵੀ ਬਚਨ ਨਿਕਲ ਗਿਆ ਉਸੇ ਟਾਈਮ 'ਤੇ ਪੂਰੇ ਹੋ ਜਾਂਦੇ ਹਨ। ਇਹ ਕਹਿ ਲੱਗਿਆ ਵੀ ਇੱਕ ਗੱਲ ਦੀ ਮੇਰੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋ ਰਹੀ ਹੈ। ਇਹਨੇ ਉੱਚਦੇ ਪੀਰ ਥਾਂ ਥਾਂ 'ਤੇ ਆਪਣੇ ਮੁਰੀਦਾਂ ਦੇ ਕੋਲ ਮੌਤ ਦੇ ਵਿੱਚ ਵਿਚਰਦੇ ਹਨ। ਹੁਣ ਤੱਕ ਤੁਹਾਨੂੰ ਇਹਨਾਂ ਨੇ ਨਾਰਾਜ਼ ਹੋ ਕਰਕੇ ਸਰਾਫ ਨਹੀਂ ਦਿੱਤਾ। ਜੇ ਕਿਤੇ ਕਿਸੇ 'ਤੇ ਹੋ ਜੇ ਨਾ ਖੁਸ਼ੀ, ਉੱਚਦੇ ਪੀਰ ਦੀ ਉਹਨੂੰ ਨਿਹਾਲ ਕਰ ਦਿੰਦੇ ਹਨ। ਜੇ ਕਿਤੇ ਇਹੋ ਜਿਹਾ ਕਿਸੇ ਨੇ ਨਰਾਦਰ ਕੋਈ ਅਪਮਾਨ ਕੀਤਾ, ਉਹਨਾਂ ਦੀਆਂ ਫਿਰ ਦੇਖ ਲਓ ਇਹ ਕੋਲਾਂ ਵੀ ਗਾਲ ਦਿੰਦੇ ਹਨ ਵੀ ਤੁਸੀਂ ਆਪਣੇ ਚੰਗੇ ਪਾਕ ਸਮਝੋ। ਉੱਚ ਦੇ ਪੀਰ ਨੇ ਨਾਰਾਜ਼ ਹੋ ਕਰਕੇ ਦੇਖੋ ਕੋਈ ਵੀ ਇਹੋ ਜਿਹਾ ਬਚਨ ਆਪਣੀ ਰਸਨਾ ਤੋਂ ਨਹੀਂ ਕੀਤਾ। ਸੁਣ ਕਰਕੇ ਤਾਂ ਸਾਰੇ ਬੜੇ ਭੈਭੀਤ ਹੋ ਗਏ। ਹਿਰਦੇ ਦੇ ਅੰਦਰ ਡਰ ਪੈਦਾ ਹੋ ਗਿਆ ਵੀ ਕਿਤੇ ਸਾਡੇ 'ਤੇ ਨਾਰਾਜ਼ੀ ਨਾ ਹੋ ਜਾਣ। ਅਸੀਂ ਤਾਂ ਉੱਚ ਦੇ ਪੀਰ ਨੂੰ ਐਵੇਂ ਰਾਹ ਦੇ ਵਿੱਚ ਜਾਂਦਿਆਂ ਰੋਕ ਲਿਆ। ਇਹਨੇ 500 ਦੀ ਥੈਲੀ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਜਿਹੜੇ ਨੌਕਰ ਚਾਕਰ ਮੁਗਲ ਪਠਾਨ ਉਹ ਵੀ ਇਹਦੇ ਨਾਲ ਹੀ ਆ ਕਰਕੇ ਸਲਾਮਾਂ ਕਰਨ ਲੱਗ ਪਏ ਸਨ। ਇਸ ਨਵਾਬ ਦੇ ਦੋ ਜਿਹੜੇ ਨਾਂ ਫਤਿਆ ਦੇ ਵਿੱਚ ਆਉਂਦੇ ਨੇ, ਇੱਕ ਦਲੇਲ ਖਾਂ ਵੀ ਅਤੇ ਦੂਜਾ ਦਿਲਾਵਰ ਖਾਂ ਵੀ ਲਿਖਿਆ ਹੋਇਆ ਹੈ। ਉਸ ਵਕਤ ਦਿਲਾਵਰ ਖਾਨ ਆ ਕਰਕੇ ਆਪਣੀ ਜਿਹੜੀ ਗਲਤੀ ਹੈ ਭੁੱਲ ਬਖਸ਼ਾਉਣ ਲੱਗਿਆ। ਕਹਿਣ ਲੱਗਿਆ ਪੀਰ ਜੀ ਅਸੀਂ ਤਾਂ ਐਵੇਂ ਇੱਕ ਭੁਲੇਖੇ ਦੇ ਵਿੱਚ ਆ ਕਰਕੇ ਤੁਹਾਨੂੰ ਰਾਹ ਦੇ ਵਿੱਚ ਜਾਂਦਿਆਂ ਰੋ ਕਰਕੇ ਬਗਿਆ ਤਾਂ ਹੋ ਗਈ ਸਾਥੋਂ ਬਹੁਤ ਵੱਡੀ ਭਾਰੀ, ਪਰ ਆਪ ਜੈਸੇ ਦਰਵੇਸ਼ ਪੀਰ ਬੜੇ ਦਿਆਲੂ ਕਿਰਪਾਲੂ ਹੋਇਆ ਕਰਦੇ ਹਨ। ਸਾਡੀ ਗਲਤੀ ਆਪ ਨੇ ਬਖਸ਼ ਦੇਣੀ ਹੈ। ਉੱਚ ਦੇ ਪੀਰ ਦੇ ਰੂਪ ਦੇ ਵਿੱਚ ਦਸ਼ਮੇਸ਼ ਪਿਤਾ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਜੇ ਰੋਕ ਲਿਆ ਤਾਂ ਕੀ ਹੋ ਗਿਆ। ਅਸੀਂ ਇੱਥੇ ਰਾਤ ਬੜੇ ਆਰਾਮ ਦੇ ਨਾਲ ਕੱਟ ਲਈ, ਤੁਸੀਂ ਵੀ ਪਰਾਏ ਵਾਸੋਂ ਬਾਦਸ਼ਾਹ ਦਾ ਹੁਕਮ ਤੁਹਾਨੂੰ ਵੀ ਵਜਾਉਣਾ ਪੈਂਦਾ ਹੈ। ਇੱਥੋਂ ਚੱਲ ਕਰਕੇ ਸਤਿਗੁਰੂ ਜੀ ਪਲੰਘ ਦੇ ਉੱਪਰ ਬੈਠਿਆਂ ਬਿਠਾਇਆਂ ਲਾਲ ਕਲਾਂ ਬੋੜ ਦੇ ਥੱਲੇ ਦੋ ਕੁ ਪੈਰ ਕੱਟੇ ਸਨ। ਉਸ ਸਮੇਂ ਕਲਾਲ ਪਿੰਡ ਤੋਂ ਜਿਹੜਾ ਸੀ ਭਾਈ ਜਗਾਤੀਆ, ਇਹ ਇਲਾਕੇ 'ਚੋਂ ਦਾਣੇ ਇਕੱਠੇ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਕਰਦਾ ਸੀ। ਜਦੋਂ ਇਹਨੂੰ ਪਤਾ ਲੱਗਿਆ ਵੀ ਗੁਰੂ ਜੀ ਨੇ ਮੇਰੇ ਦਰਵਾਜ਼ੇ ਦੇ ਅੱਗੋਂ ਦੀ ਲੰਘਣਾ, ਉਸ ਸਮੇਂ ਸੋਚਿਆ ਵੀ ਇਹਨਾਂ ਨੇ ਮੇਰੇ ਬਾਦਸ਼ਾਹ ਦੀ
कितनी फौज खपाती। मैं गुरु जी के दर्शन नहीं करने, दरवाजा इन्हें अपना बंद कर लिया। पर जदों ये भतीजे नूं पता लग्या, वो अपने घरों जिहड़ी है दुध की काड़नी भर के सतगुरु जी के पास हाज़र होया। महाराज ने इसके हिरदे का प्रेम जाणदे होया जिहड़ा गर्म गर्म दुध संगतां 'च वरताया, को जाप भी छक लिया सी। पुछण लगे, काका भी तेरा नाम की है? दोवें हथ जोड़ करके कह लग्या, महाराज नाम तो मेरा भावें माँ प्यो ने बहुत बड़ा भारा रखिया होया, पर मैं हैगा इस वेले कखा तो भी होड़ा, बड़ा गरीब कंगाल। आ जिहड़ा मेरा चाचा जगातिया, ये मैनू जमीन दे लाल दे विच आ करके मारनों फिरदा है। उस समय दशमेश पिता कह लगे भी तू तो बहुत बड़ा भारा बन जाना, कोई भी मन दे विच शंका ना कर। आने वाले समय दे विच ना पाई जगतिया भगतिया कोई भी नहीं रहेगा। ये उपर भी महाराज ने रहमत की। कटाणी पिंड दे विच भी सतगुरु जी ने अपने चरण पाए सी। चलदियां चलदियां रामपुर तो अगे जिथे अज कल रेरू साहब सतगुरु जी का पावन स्थान बनया होया है, इत्थे महाराज ने अमृत वेले इशनान करके और रेरू की जिहड़ी दातन कटती भजन किया भी तो बहुत वड्डा रेरू साहब का जिहड़ा बिरछ पैदा हो जाना है। बहुत ही घने जंगलों बियाबाना के विचों दी हुंदे होए दशमेश पिता कनेच नगर च पहुँचे। जिहड़ा सी इत्थों दा नंबरदार भाई फत्ता, उन्हें राह दे विच जांदियां जांदियां सतगुरु जी की पहचान कर ली। दोवें हथ जोड़ करके पुछन लग्या, महाराज मैनू कोई सेवा दसो, जे किसी चीज़ वस्तु की लोड़ है। देन दुनिया के मालक कह लगे, भाई सानू अपने घरों तो बहुत जड़ी बड़ी कीमती घोड़ी वो लिया दे, ये उपर चढ़ करके असी थोड़ा जा अगे नू चले जाना। इतिहादक प्रसंग पिछे आया। अगे जिस प्रकार सतगुरां दी पवित्र पावन कथा दे ताई ग्रंथ करता भाई साहब भाई संतोष सिंह जी चारण करते ने, अपने मनां नूं कागर करते हुए आलस तो सावधान हो करके आखो सतनाम श्री वाहिगुरु जी। सतनाम श्री वाहिगुरु जीओ। बड़वा बड़ी नहीं तब आनी। उस समय जिहड़ा सी फत्ता नंबरदार जदों घरे पहुँचे आ, तो सोचने लग्या भी गुरु जी का कोई पता नहीं अगे किधर नो जान, ये मेरी घोड़ी पता नहीं वापस मुड़ू जा ना ही आएगी, अगे भी ले जा सकते हैं। ये सोच करके ने एक छोटी जी जड़ी टायर निके कद की घोड़ी महाराज के पास ले जान वास्ते तैयार कर लई है। ले जह कित को मन जम जानी। हुण इहो जिहियां खोटियां विचारां पत्ते नंबर दे मन दे अंदर पैदा हो गईयां सन। घेरो तुरकन को ताजाए। भी गुरु जी इस वक्त बहुत बड़ा तुरका मुसलमानों का जिहड़ा घेरा छड्ड करके आ मालवे दे इलाके दे विच आए हन। को जाने अब कित चल जाए। इस दे बारे भी कोई किसी नूं अंदाजा तो है नहीं भी दशमेश पिता ने अगे पता नहीं
ਕਿਹੜੇ ਪਿੰਡ ਜਾਂ ਫਿਰ ਨਗਰ ਦੇ ਵਿੱਚ ਜਾ ਕਰਕੇ ਆਪਣੇ ਡੇਰੇ ਲਗਾਉਣੇ ਹਨ। ਵੱਡੀ ਤੁਰੰਗਨ ਬਹੁ ਧਨ ਕੇਰੀ। ਆ ਜਿਹੜੀ ਵੱਡੀ ਘੋੜੀ ਇਹ ਤਾਂ ਮੈਂ ਬਹੁਤ ਧਨ ਮਾਇਆ ਖਰਚ ਕਰਕੇ ਖਰੀਦੀ ਹੋਈ ਹੈ। ਤਿਸ ਦੈਬੇ ਕੀ ਸ਼ਕਤ ਨਾ ਮੇਰੀ। ਹੁਣ ਇਤਨੀ ਮੇਰੇ ਵਿੱਚ ਸਮਰੱਥਾ ਨਹੀਂ ਵੀ ਮਹਿੰਗੀ ਘੋੜੀ ਮੈਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਕਰਕੇ ਭੇਟਾ ਕਰਦੇ ਹੋ ਜੀਆਂ ਬੜੀਆਂ ਬਿਉਂਤਾਂ ਫਤਾ ਚੌਧਰੀ ਆਪਣੇ ਮਨ ਦੇ ਵਿੱਚ ਕਰਨ ਲੱਗ ਪਿਆ ਸੀ। ਏਵ ਵਿਚਾਰਤ ਗੁਰ ਢਿਗ ਆਇਓ। ਇਹੋ ਜਿਹੀਆਂ ਸੋਚਾਂ ਸੋਚਦਿਆਂ ਹੋਇਆਂ ਜਦੋਂ ਵਾਪਸ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚ ਹਾਜ਼ਰ ਹੋਇਆ ਸੀ, ਸੰਗ ਤੁਰੰਗਨ ਛੋਟੀ ਲਿਆਇਓ। ਇੱਕ ਛੋਟੀ ਜੀ ਟਾਇਰ ਲਿਆ ਕਰਕੇ ਮਹਾਰਾਜ ਦੇ ਅੱਗੇ ਖੜੇ ਕਰ ਦਿੱਤੀ ਹੈ। ਖਰੀ ਕਰੀ ਜਬ ਆਨ ਅਗਾਰੀ। ਜਦੋਂ ਦਸ਼ਮੇਸ਼ ਪਿਤਾ ਨੇ ਦੇਖਿਆ ਵੀ ਇਹ ਤਾਂ ਵੀ ਮਾੜਕੋ ਜੀ ਛੋਟੀ ਜੀ ਟਾਇਰ ਸਾਡੀ ਇਹ ਸਵਾਰੀ ਕਰਨ ਦੇ ਲਈ ਪਤਾ ਚੌਧਰੀ ਆਪਣੇ ਘਰ ਦੇ ਵਿੱਚੋਂ ਲੈ ਕਰਕੇ ਆਇਆ ਹੈ। ਦੇਖਤ ਸਤਿਗੁਰ ਗਿਰਾ ਉਚਾਰੀ। ਦੇਖਣ ਅਸਾਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਫਤਿਹ ਚੌਧਰੀ ਨੰਬਰਦਾਰ ਨੂੰ ਕਹਿਣ ਲੱਗੇ ਸਨ, ਸੁਨ ਫੱਤਾ ਇਹ ਲਗ ਟਟਵਾਣੀ। ਐ ਭਾਈ ਫੱਤਾ ਜੀ ਇਸ ਇਹ ਟਟੈਣ ਸਾਡੇ ਅਸਵਾਰੀ ਕਰਨ ਦੇ ਯੋਗ ਨਹੀਂ ਹੈ। ਨਹਿ ਅਰੂੜ ਬੇ ਲਾਇਕ ਜਾਣੀ। ਨਾ ਇਸ ਨੇ ਸਾਡਾ ਜਿਹੜਾ ਭਾਰ ਸਰੀਰ ਦੇ ਉੱਪਰ ਨਹੀਂ ਚੱਲਣਾ। ਇਹ ਤਾਂ ਮੈਂ ਛੋਟੀ ਜੀ ਟਾਇਰ ਜੀ ਲਿਆ ਕਰਕੇ ਤੈਂ ਸਾਡੇ ਅੱਗੇ ਖੜੀ ਕਰ ਦਿੱਤੀ ਹੈ। ਨਹਿ ਅਸਵਾਰੀ ਹਮ ਕੀਏ ਐਸੀ। ਇਹੋ ਜੀ ਨਿੱਕੀ ਜੀ ਟਾਇਰ ਘੋੜੀ ਦੇ ਉੱਪਰ ਦਾ ਅਸੀਂ ਕਦੇ ਵੀ ਸਵਾਰੀ ਨਹੀਂ ਕੀਤੀ ਹੈ। ਲਿਆਏ ਦਿਖਾਈ ਤੈਂ ਅਬ ਜੈਸੀ। ਆ ਜਿਹੋ ਜੀ ਛੋਟੀ ਜੀ ਟਾਇਰ ਘੋੜੀ ਲਿਆ ਕਰਕੇ ਤੈਂ ਸਾਹਮਣੇ ਸਾਨੂੰ ਦਿਖਾ ਦਿੱਤੀ ਹੈ। ਜੋ ਬੜਵਾ ਤੁਝ ਸਦਨ ਵਡੇਰੀ। ਮਹਾਰਾਜ ਕਹਿਣ ਲੱਗੇ ਵੀ ਜਿਹੜੀ ਮਹਿੰਗੀ ਵੱਡੇ ਕੱਦ ਵਾਲੀ ਘੋੜੀ ਉਹ ਤੇ ਆਪਣੇ ਘਰ ਦੇ ਵਿੱਚ ਬਣੀ ਹੋਈ ਹੈ। ਕੈਸੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਹ ਚਰਜ ਖੇਲ ਵਰਤਾਏ ਕਿੱਥੇ ਤਾਂ ਲੱਖਾਂ ਲੱਖਾਂ ਦੇ ਦਲ ਸਿੰਗਾਰ ਵਰਗੇ ਘੋੜੇ ਹਰ ਵਕਤ ਸਾਹਮਣੇ ਖੜੇ ਰਹਿੰਦੇ ਸੀ, ਪਰ ਸ਼ਾਦੀ ਹਾਥੀ ਵਰਗੇ ਜਿਨ੍ਹਾਂ ਦੀ ਤਾਂ ਕੋਈ ਕੀਮਤ ਹੈ ਨਹੀਂ ਪਾ ਸਕਦਾ। ਪਰ ਅੱਜ ਸਤਿਗੁਰੂ ਜੀ ਭਾਈ ਫਤਿਹ ਦੇ ਕੋਲੋਂ ਇੱਕ ਬਹੁਤ ਵੱਡੀ ਘੋੜੀ ਆਪ ਮੰਗਵਾਉਣ ਲੱਗੇ ਹਨ। ਤਿਸ ਕੋ ਲਿਆਓ ਜਾਓ ਇਸ ਬੇਰੀ। ਦੇਣਾ ਦੁਨੀਆ ਦੇ ਮਾਲਕ ਕਹਿਣ ਲੱਗੇ ਭਾਈ ਉਹ ਜਿਹੜੀ ਬਹੁਤ ਉੱਚੀ ਲੰਮੇ ਕੱਦ ਵਾਲੀ ਘੋੜੀ ਤੇਰੇ ਘਰ ਦੇ ਵਿੱਚ ਖੜੀ ਕੀਤੀ ਹੋਈ ਹੈ। ਹਾਥ ਜੋਰ ਤਬ ਜਾਟ ਉਚਾਰੀ। ਉਹ ਸਾਡੇ ਪਾਸ ਲੈ ਕੇ ਆ, ਉਹਦੇ ਉੱਪਰ ਫਿਰ ਅਸੀਂ ਸਵਾਰੀ ਕਰ ਸਕਦੇ ਹਾਂ। ਮੋਰ ਜਮਾਤਾ ਆਏ ਅਗਾਰੀ। ਉਹ ਸਮੇਂ ਜਿਹੜਾ ਫਤਾ ਨੰਬਰਦਾਰ ਕਹਿ ਲੱਗਿਆ ਗਰੀਬ ਨਵਾਜ਼ ਸੱਚਾ ਪਾਤਸ਼ਾਹ ਵੀ ਆਪ ਦੇ ਆਉਣ ਤੋਂ ਪਹਿਲਾਂ ਉਹ ਜਿਹੜੀ ਮਹਿੰਗੀ ਘੋੜੀ ਮੇਰਾ ਜਮਾਈ ਘਰੋਂ ਆ ਕਰਕੇ ਲੈ ਗਿਆ। ਤਿਸ ਪਰ ਜੀਨ ਪਾਏ ਚੜ ਗਇਓ। ਆ ਥੋੜਾ ਹੀ ਟਾਈਮ ਹੋਇਆ ਹੈ, ਅਜੇ ਆਪ ਦੇ ਆਉਣ ਤੋਂ ਪਹਿਲਾਂ ਉਹ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਲੈ ਕਰਕੇ ਚਲਿਆ ਗਿਆ। ਅਬ ਲੋ ਹਟ ਨਹਿ ਆਵਤ ਭਇਓ। ਅਜੇ ਤੱਕ ਮੇਰਾ ਜਿਹੜਾ ਜਮਾਈ ਉਹ ਵੱਡੀ ਘੋੜੀ ਲੈ ਕਰਕੇ ਵਾਪਸ ਨਹੀਂ ਮੁੜਿਆ ਹੈ। ਕਿਆ ਜਾਣੈ ਸੋ ਕਬ ਚੱਲ ਐ ਹੈ। ਮਹਾਰਾਜ ਇਹ ਵੀ ਕੋਈ ਪਤਾ ਨਹੀਂ ਹੁਣ ਰਿਸ਼ਤੇਦਾਰੀ ਦੇ ਵਿੱਚ ਉਸ ਨੂੰ ਕਿਤਨਾ ਕੁ ਟਾਈਮ ਲੱਗ ਜਾਏਗਾ। ਤਬ ਲੋ ਠਹਿਰਨ ਨਹਿ ਤੁਮ ਹਵੈ ਹੈ। ਹੁਣ ਇਤਨਾ ਟਾਈਮ ਆਪ ਨੂੰ ਇਸ ਥਾਂ ਤੇ ਠਹਿਰਨਾ ਬੜਾ ਔਖਾ ਹੋ ਜੂ, ਕੋਈ ਪਤਾ ਨਹੀਂ ਕੱਲ ਜਾਂ ਪਰਸੋਂ ਤੱਕ ਵੀ ਉਹ ਵਾਪਸ ਮੁੜੇਗਾ। ਸੁਨਤ ਜਾਟ ਤੇ ਗੁਰ ਤਬ ਕਹਿਓ। ਸਤਿਗੁਰੂ ਜੀ ਨੇ ਸਰਬਾਗਾ ਅੰਤਰ ਜਾਮੀ ਪਤਾ ਜਾਣ ਲਿਆ ਵੀ ਤਾਂ ਆਪਣੀ ਜ਼ਬਾਨ ਤੋਂ
ਝੂਠ ਬੋਲ ਰਿਹਾ ਹੈ। ਕਿਉ ਬੁਲਾਓ ਕਰਬੇ ਚਿਤ ਚਹਿਓ। ਸਤਿਗੁਰੂ ਜੀ ਕਹਿ ਲੱਗੇ ਇਹ ਪਤਾ ਨੰਬਰਦਾਰ ਜੀ ਕਾਹਨੂੰ ਐਵੇਂ ਸਾਡੇ ਕੋਲ ਇਹੋ ਜਿਹੇ ਬਹਾਨੇ ਬਣਾ ਕਰਕੇ ਲਾਉਣ ਲੱਗੇ ਆ। ਕਿਤਕ ਦੂਰ ਤੇ ਹਮ ਦੇ ਮੋਰ। ਸਤਿਗੁਰੂ ਜੀ ਕਹਿ ਲੱਗੇ ਅਸੀਂ ਤੇਰੀ ਘੋੜੀ ਪੱਕੇ ਤੌਰ ਤੇ ਪਾਸ ਨਹੀਂ ਰੱਖਣੀ, ਆ ਥੋੜੀ ਜੀ ਦੂਰ ਅੱਗੇ ਜਾ ਕਰਕੇ ਵਾਪਸ ਮੋੜ ਦੇਾਂਗੇ। ਅਗਲੇ ਗ੍ਰਾਮਨ ਤੇ ਲੈ ਔਰ। ਅਗਲੇ ਪਿੰਡ ਚੋਂ ਕੋਈ ਹੋਰ ਪ੍ਰੇਮੀ ਸਾਨੂੰ ਘੋੜੇ ਦੀ ਸੇਵਾ ਕਰ ਦੇਗਾ। ਸੁਨ ਫਤੇ ਬੋਲਿਓ ਪੁਨਕੂਰ। ਪਰ ਫਿਰ ਵੀ ਇਹ ਜਿਹੜਾ ਪਤਾ ਨੰਬਰਦਾਰ ਆਪਣੀ ਰਸਨਾ ਤੋਂ ਮਹਾਰਾਜ ਦੇ ਅੱਗੇ ਝੂਠ ਬੋਲਣ ਲੱਗ ਪਿਆ ਸੀ। ਕਹੋ ਸਾਚ ਮੈਂ ਗੁਰੂ ਹਜੂਰ। ਐ ਸੱਚੇ ਪਾਤਸ਼ਾਹ ਮੈਂ ਆਪਦੇ ਪਾਸ ਝੂਠ ਥੋੜਾ ਬੋਲਦਾ, ਸੱਚੀ ਗੱਲ ਆਪ ਦੇ ਅੱਗੇ ਬੇਨਤੀ ਕੀਤੀ ਹੈ। ਨਹੀਂ ਬੁਲਾਓ ਕਰਨ ਕੋ ਜਾਨੋ। ਮੈਂ ਕੋਈ ਆਪ ਦੇ ਪਾਸ ਘੋੜੀ ਦੇਣ ਦੇ ਲਈ ਬਹਾਨਾ ਵਗੈਰਾ ਨਹੀਂ ਲਗਾਇਆ ਹੈ। ਗਇਓ ਜਮਾਤਾ ਲੈ ਕਰ ਮਾਨੋ। ਆ ਥੋੜਾ ਟਾਈਮ ਪਹਿਲਾਂ ਹੁਣੇ ਹੀ ਮੇਰਾ ਜਿਹੜਾ ਜਮਾਈ ਉਹ ਘੋੜੀ ਲੈ ਕਰਕੇ ਕਿਤੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਚਲਿਆ ਗਿਆ ਹੈ। ਸ਼੍ਰੀ ਪ੍ਰਭ ਰਿਸ ਕਰ ਬਾਕ ਉਚਾਰਾ। ਉਸ ਸਮੇਂ ਦਸ਼ਮੇਸ਼ ਪਿਤਾ ਨੇ ਫਿਰ ਨਾਰਾਜ਼ ਹੋ ਕਰਕੇ ਰਸਨਾ ਤੋਂ ਇਹ ਬਚਨ ਕਰ ਦਿੱਤੇ ਸੀ। ਨਹਿ ਬੜਵਾ ਨਹਿ ਤੂੰ ਇਸ ਬਾਰਾ। ਚੰਗਾ ਭਾਈ ਫਤਿਆ ਨਾ ਤੇਰੀ ਘੋੜੀ ਤੇ ਨਾ ਤੂੰ ਫਿਰ ਹੁਣ ਜ਼ਿਆਦਾ ਟਾਈਮ ਰਹਿ ਨਹੀਂ ਸਕੇਗਾ। ਕੂਰ ਕਹਿਨ ਤੇ ਦੋਨੋਂ ਹੋ ਗਏ। ਹੁਣ ਝੂਠ ਬੋਲਣ ਕਰਕੇ ਦੋਵਾਂ ਦਾ ਹੀ ਨਾਸ ਹੋ ਗਿਆ ਸੀ। ਇਮ ਕਹਿ ਸਤਿਗੁਰ ਚਾਲਤ ਭਏ। ਇਉਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਤਿਹ ਨੰਬਰਦਾਰ ਦੇ ਨਾਲ ਬਚਨ ਕਰਕੇ ਇਸ ਥਾਂ ਤੋਂ ਅੱਗੇ ਚੱਲ ਪਏ ਸੀ। ਤਬ ਫੱਤਾ ਗਮਨਿਓ ਘਰ ਮਾਹੀ। ਹੁਣ ਜਦੋਂ ਫੱਤਾ ਆਪਣੇ ਘਰ ਨੂੰ ਵਾਪਸ ਚਲਿਆ ਗਿਆ, ਲਗ ਬੜਵਾ ਲੈ ਕਰ ਸੰਗਤਾਹੀ। ਸਤਿਗੁਰੂ ਜੀ ਨੇ ਉਹ ਜਿਹੜੀ ਛੋਟੀ ਜੀ ਟਾਇਰ ਫੱਤੇ ਨੂੰ ਵਾਪਸ ਕਰ ਦਿੱਤੀ ਸੀ। ਮਨ ਮੈਂ ਕਹੈ ਵੱਡੀ ਮੈਂ ਰਾਖੀ। ਉਸ ਸਮੇਂ ਮਨ ਦੇ ਅੰਦਰ ਹੀ ਇਹੋ ਜਿਹੀਆਂ ਵਿਚਾਰਾਂ ਕਰਨ ਲੱਗ ਪਿਆ ਵੀ ਦੇਖੋ ਮੈਂ ਕਿਤਨੀ ਚੌਸਤੀ ਚਲਾਕੀ ਤੋਂ ਕੰਮ ਲੈਂਦਿਆਂ ਹੋਇਆਂ ਬਹੁਤ ਵੱਡੀ ਮਹਿੰਗੀ ਘੋੜੀ ਆਪਣੇ ਘਰ ਦੇ ਵਿੱਚ ਰੱਖ ਲਈ ਹੈ। ਨਹੀਂ ਦੈਨ ਹਿਤ ਕੈਸੇ ਹੋ ਭਾਖੀ। ਸਤਿਗੁਰੂ ਜੀ ਤਾਂ ਬਾਰ ਮੈਨੂੰ ਬੜਾ ਜ਼ੋਰ ਲਾਉਂਦੇ ਸੀ ਵੀ ਉਹ ਮਹਿੰਗੀ ਘੋੜੀ ਸਾਡੀ ਸਵਾਰੀ ਦੇ ਵਾਸਤੇ ਲੈ ਕੇ ਆ, ਪਰ ਮੈਂ ਕਿਵੇਂ ਨਾ ਕਿਵੇਂ ਟਾਲ ਮਟੋਲਾ ਲਗਾ ਦਿੱਤਾ ਸੀ। ਜਬ ਪਹੁੰਚਿਓ ਆਪਣੇ ਘਰ ਜਾਏ। ਪਰ ਜਦੋਂ ਫਤਾ ਚੌਧਰੀ ਵਾਪਸ ਆਪਣੇ ਘਰ ਦੇ ਵਿੱਚ ਪਹੁੰਚਿਆ ਸੀ, ਲਗ ਕੋਰੀ ਕੋ ਬੰਦ ਬਣਾਏ। ਜਾ ਕਰਕੇ ਉਹ ਜਿਹੜੀ ਨਿੱਕੀ ਜੀ ਘੋੜੀ ਇਹਨੇ ਆਪਣੇ ਘਰ ਦੇ ਵਿੱਚ ਕਿੱਲੇ ਨਾਲ ਬੰਨ ਦਿੱਤੀ ਹੈ। ਅੰਤਰ ਬਰਿਓ ਵੱਡੀ ਜਹ ਖਰੀ। ਜਿੱਥੇ ਬਹੁਤ ਮਹਿੰਗੀ ਤੇ ਕੱਦ ਵਾਲੀ ਘੋੜੀ ਨੇ ਅੰਦਰਲੇ ਪਾਸੇ ਆਪਣੀ ਬੰਨੀ ਹੋਈ ਸੀ। ਡਸੀ ਸਰਪ ਸੋ ਤਤ ਛਿਨ ਮਰੀ। ਇਹਦੇ ਜਾਣ ਤੋਂ ਪਹਿਲਾਂ ਜ਼ਹਿਰੀਲੇ ਨਾਗ ਨੇ ਇਹੋ ਜਿਹਾ ਮਾਰਿਆ ਡੰਗ, ਘੋੜੀ ਉਸੇ ਵਕਤ ਖਤਮ ਹੋ ਗਈ ਹੈ। ਗਇਓ ਤਿਮਰ ਮੈਂ ਹੈ ਮਰੀ ਨ ਜਾਨੀ। ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਲਾਈਟਾਂ ਦਾ ਰੋਸ਼ਨੀ ਦਾ ਕੋਈ ਜ਼ਿਆਦਾ ਪ੍ਰਬੰਧ ਤਾਂ ਨਹੀਂ ਸੀ ਹੋਇਆ ਕਰਦਾ। ਲੋਕਾਂ ਨੇ ਘਿਓ ਦੇ ਜਾਂ ਫਿਰ ਸਰੋਂ ਦੇ ਮਾੜੇ ਦੀਵੇ ਜਲਾ ਕਰਕੇ ਚਾਨਣ ਕਰਨਾ। ਹਨੇਰੇ ਦੇ ਵਿੱਚ ਪੱਤੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ ਵੀ ਇਹ ਜਿਹੜੀ ਮੇਰੀ ਬਹੁਤ ਵੱਡੀ ਮਹਿੰਗੀ ਘੋੜੀ ਇਹ ਤਾਂ ਪਹਿਲਾਂ ਹੀ ਮਰੀ ਪਈ ਹੈ। ਬੈਠ ਰਹੀ ਆਪਣੇ ਮਨ ਮਾਨੀ। ਸੋਚਿਆ ਘੋੜੀ ਘਰ ਦੇ ਵਿੱਚ ਬੜੇ ਆਰਾਮ ਦੇ ਨਾਲ ਬੈਠੀ ਹੈ। ਹੇਤ ਉਠਾਵਨ ਗੋਡਾ ਮਾਰਿਓ। ਇਹਨੇ ਘੋੜੀ ਨੂੰ ਉਠਾਉਣ ਦੇ ਲਈ ਪਹਿਲਾਂ ਬੜੇ ਜ਼ੋਰ ਦੇ ਨਾਲ ਉਹਦੇ ਗੋਡਾ ਮਾਰਿਆ ਸੀ।
ਬਾਰ ਬਾਰ ਮੁਖ ਤੇ ਟਿਚਕਾਰਿਓ। ਜਿਵੇਂ ਟਿਚਕਾਰ ਕਰਕੇ ਘੋੜੇ ਘੋੜੀਆਂ ਨੂੰ ਠਾਈਂਦਾ ਹੈ, ਬੜੀਆਂ ਨੇ ਆਪਣੇ ਵੱਲੋਂ ਉੱਚੀ ਉੱਚੀ ਕਈ ਦਫਾ ਟਿਚਕਾਰੀਆਂ ਵੀ ਰਸਨਾ ਤੋਂ ਮਾਰੀਆਂ ਸਨ। ਘੋਰੀ ਨਿਕਟ ਸਰਪ ਤਹਿ ਥਿਰਿਓ। ਕੋਲਾ ਜੈ ਘੋੜੀ ਹੋਵੇ ਜਿਉਂਦੀ ਤਾਂ ਉੱਠੇ। ਉਹ ਜਿਹੜਾ ਸੱਪ ਡੰਗ ਮਾਰ ਕਰਕੇ ਉਹ ਵੀ ਉੱਥੇ ਨੇੜੇ ਹੀ ਬੈਠਾ ਸੀ। ਤਤ ਛਿਨ ਡਸਨ ਜਾਟ ਕੋ ਕਰਿਓ। ਜਦੋਂ ਅਚਾਨਕ ਇਹਦਾ ਵੀ ਪੈਰ ਉਸ ਸੱਪ ਦੇ ਉੱਪਰ ਰੱਖਿਆ ਗਿਆ, ਇਹੋ ਜਿਹਾ ਮਾਰਿਆ ਡੰਗ, ਨਾਲ ਦੀ ਨਾਲ ਪੱਤਾ ਵੀ ਖਤਮ ਹੋ ਗਿਆ ਸੀ। ਹਾਏ ਹਾਏ ਕਰ ਬਾਹਰ ਆਇਓ। ਜਦੋਂ ਹਾਏ ਹਾਏ ਕਰਦਾ ਆਪਣੇ ਘਰ ਚੋਂ ਬਾਹਰ ਆਇਆ ਹੈ। ਦਵੈ ਕਟਕਾ ਮੈਂ ਪ੍ਰਾਨ ਗਵਾਇਓ। ਦੋ ਕੁ ਘੜੀਆਂ 'ਚ ਹਾਏ ਹਾਏ ਕਰਦਿਆਂ ਇਸ ਪੱਤੇ ਦੇ ਵਿਚਾਰੇ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਸਨ। ਐਮ ਮੂਰਖ ਕੋ ਭਇਓ ਬਿਨਾਸ਼ੀ। ਜਿਹੜੇ ਦਸ਼ਮੇਸ਼ ਪਿਤਾ ਨੇ ਕਿਤੇ ਬਚਨ ਉਹ ਵੀ ਫਿਰ ਪੂਰਾ ਹੀ ਹੋਣੇ ਸਨ। ਨਾ ਘੋੜੀ ਨਾ ਵਿਚਾਰਾ ਆਪ ਹੀ ਬਚਿਆ ਸੀ। ਕਹਿਓ ਝੂਠ ਸਤਿਗੁਰ ਕੇ ਪਾਸੀ। ਜੈਸ ਨੇ ਤਰਕਾਲ ਦਰਸੀ ਸਰਬਾਗੰਤਰ ਜਾਮੀ ਸਤਿਗੁਰਾਂ ਦੇ ਸਾਹਮਣੇ ਜਾਣ ਬੁੱਝ ਕੇ ਬੜਾ ਝੂਠ ਬੋਲਿਆ। ਮਹਾਰਾਜ ਨੇ ਸਮਝਾਇਆ ਵੀ ਕੋਈ ਗੱਲ ਨਹੀਂ, ਘੋੜੀ ਤਾਂ ਅਸੀਂ ਤੇਰੀ ਵਾਪਸ ਕਰ ਦੇਣੀ ਹੈ। ਥੋੜੀ ਜਿਹੀ ਦੂਰ ਜਾ ਕੇ ਫਿਰ ਵੀ ਇਹ ਆਪਣੀ ਰਸਨਾ ਤੋਂ ਝੂਠ ਹੀ ਬੋਲਦਾ ਰਿਹਾ। ਉਸ ਝੂਠ ਦਾ ਫਲ ਵੀ ਇਹਨੂੰ ਨਾਲ ਦੀ ਨਾਲ ਪ੍ਰਾਪਤ ਹੋ ਗਿਆ ਸੀ। ਚੜੇ ਪਰਿਅੰਕ ਪ੍ਰਭੂ ਤਬ ਚਾਲੇ। ਸਤਿਗੁਰੂ ਜੀ ਪਲੰਗ ਦੇ ਉੱਪਰ ਬੈਠ ਕਰਕੇ ਅੱਗੇ ਤੋਂ ਅੱਗੇ ਬੜੇ ਘੋਰ ਸੰਘਣੇ ਜੰਗਲਾਂ ਦੇ ਵਿੱਚੋਂ ਦੀ ਜਾ ਰਹੇ ਹਨ। ਸ਼ਾਮ ਚਾਦਰਾ ਓੜ ਵਿਸਾਲੇ। ਉਸੇ ਤਰ੍ਹਾਂ ਜਿਹੜਾ ਨੀਲੇ ਰੰਗ ਦਾ ਬਹੁਤ ਵੱਡਾ ਚਾਦਰਾ ਉਹ ਆਪਣੇ ਸਰੀਰ ਦੇ ਉੱਪਰ ਪਾਇਆ ਹੋਇਆ ਸੀ। ਦੇਖ ਦੇਖ ਨਰ ਹਿੰਦੂ ਤੁਰਕਾ। ਜਿਹੜਾ ਵੀ ਉਸ ਸਮੇਂ ਚਾਹੇ ਕੋਈ ਤੁਰਕ ਹੈ ਚਾਹੇ ਹਿੰਦੂ ਹੈ, ਜਿਹਨੇ ਵੀ ਜਾਂਦਿਆਂ ਕਿਤੇ ਰਾਹ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਉਸੇ ਬਾਤ ਸਾਰਿਆਂ ਦੇ ਜਿਹੜੇ ਸੀਸ ਮਹਾਰਾਜ ਦੇ ਅੱਗੇ ਝੁਕ ਜਾਂਦੇ ਹਨ। ਭੇਵ ਪਛਾਨ ਸਕਹਿ ਨਹਿ ਗੁਰ ਕਾ। ਕੋਈ ਵੀ ਸਤਿਗੁਰੂ ਜੀ ਦੇ ਭੇਤ ਨੂੰ ਇਹ ਜਾਣ ਨਹੀਂ ਸਕਿਆ। ਦਸ਼ਮੇਸ਼ ਪਿਤਾ ਨੇ ਇਹ ਮਾਛੀਵਾੜੇ ਤੋਂ ਹੀ ਆਪਣਾ ਜਿਹੜਾ ਉੱਚਤ ਪੀਰਾਂ ਦਾ ਸਰੂਪ ਧਾਰਨ ਕੀਤਾ ਹੋਇਆ ਸੀ। ਜਿੱਥੇ ਅੱਜ ਕੱਲ੍ਹ ਮਾਛੀਵਾੜੇ ਸ਼ਹਿਰ ਦੇ ਵਿੱਚ ਗਨੀਕਾ ਅਤੇ ਨਵੀਕਾ ਦੋਵੇਂ ਭਰਾਵਾਂ ਦੀ ਜਾਚ, ਇਹ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉੱਥੇ ਫਿਰ ਇਹਨਾਂ ਨੇ ਬੈਠ ਕਰਕੇ ਬਿਉਂਤ ਬਣਾਈ ਵੀ ਆਪਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਉੱਚਤ ਪੀਰਾਂ ਵਾਲਾ ਜਿਹੜਾ ਪਹਿਰਾਵਾ ਧਾਰਨ ਕਰਵਾ ਕਰਕੇ ਫਿਰ ਸ਼ਾਹੀ ਫੌਜਾਂ ਦੇ ਘੇਰੇ 'ਚੋਂ ਵਾਰ ਕੱਢ ਸਕਦਿਆਂ ਕਿਤਨੀ ਵੱਡੀ ਮਹਾਨ ਕੁਰਬਾਨੀ ਦੋਵੇਂ ਭਰਾਵਾਂ ਨੇ ਉਸ ਵਕਤ ਆਪਣੇ ਵੱਲੋਂ ਕੀਤੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਵੀ ਭਾਈ ਪੰਜਾਬਾ ਅਤੇ ਗੁਲਾਬਾ ਇਹਨਾਂ ਨੇ ਤਾਂ ਅੰਮ੍ਰਿਤ ਵੇਲੇ ਹੀ ਦਸ਼ਮੇਸ਼ ਪਿਤਾ ਨੂੰ ਆਪਣੇ ਵੱਲੋਂ ਵਧਾਈ ਦਿੱਤੀ। ਫਿਰ ਜਿਹੜੇ ਦੋਵੇਂ ਭਰਾ ਭਾਵੇਂ ਮੁਸਲਮਾਨ ਨੇ, ਗਨੀਕਾ ਅਤੇ ਨਵੀਕਾ, ਉਹਨਾਂ ਨੇ ਆਪਣੇ ਘਰ ਦੇ ਵਿੱਚ ਲਿਜਾ ਕੇ ਇਹ ਸਾਰੀ ਜਿਹੜੀ ਬਿਉਂਤ ਆਪਣੇ ਵੱਲੋਂ ਬਣਾਈ ਵੀ ਹੈ। ਸਵਾਤ ਉੱਚਤ ਪੀਰਾਂ ਦਾ ਜਿਹੜਾ ਇਹ ਮਾਣ ਸਤਿਕਾਰ ਚਾਰੇ ਪਾਸੇ ਤੁਰਕ ਵੀ ਮੁਸਲਮਾਨ ਆਪਣੇ ਵੱਲੋਂ ਬੜਾ ਕਰਿਆ ਕਰਦੇ ਵੀ। ਹੋਰ ਦਾ ਹੁਣ ਢੰਗ ਤਰੀਕਾ ਹੋ ਨਹੀਂ ਨਾ ਸਕਦਾ। ਇਹ ਫੌਜਾਂ ਚਾਰੇ ਪਾਸੇ ਦੂਰ ਤੱਕ ਫੈਲ ਚੁੱਕੀਆਂ ਹਨ। ਉਸ ਸੇਵਾ ਦਾ ਫਲ ਵੀ ਦਸ਼ਮੇਸ਼ ਪਿਤਾ ਨੇ ਬਖਸ਼ਿਆ। ਅੱਜ ਤੱਕ ਉਹਨਾਂ ਦੀ ਜ਼ਾਤ ਉਸੇ ਤਰ੍ਹਾਂ
ਦੁਨੀਆ ਦੇ ਅੰਦਰ ਸਾਹਮਣੇ ਚਮਕ ਰਹੀ ਹੈ। ਜਿਹੜਾ ਵੀ ਰਾਹ ਦੇ ਵਿੱਚ ਚਾਹੇ ਤਾਂ ਕੋਈ ਤੁਰਕ ਹੈ ਚਾਹੇ ਹਿੰਦੂ ਹੈ, ਹਰੇਕ ਦਸ਼ਮੇਸ਼ ਪਿਤਾ ਦੇ ਅੱਗੇ ਆਪਣਾ ਸੀਸ ਝੁਕਾ ਦਿੰਦਾ ਸੀ। ਮੋਰ ਪੰਖ ਕਾ ਮੁੱਠਾ ਫਿਰੈ। ਭਾਈ ਦਇਆ ਸਿੰਘ ਜੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਬਹੁਤ ਵੱਡਾ ਜਿਹੜਾ ਮੋਰਾਂ ਦੇ ਖੰਭਾਂ ਦਾ ਮੁੱਠਾ ਪਕੜਿਆ ਹੋਇਆ ਸੀ। ਹੈ ਕੋ ਵੱਡੋ ਪੁਰਖ ਲਖ ਪਰੈ। ਉਸ ਸਮੇਂ ਦੀਦਾਰ ਕਰਨ ਦੇ ਨਾਲ ਸਾਰੇ ਮਨ ਦੇ ਵਿੱਚ ਸੋਚਣ ਲੱਗ ਜਾਂਦੇ ਨੇ ਵੀ ਇਹ ਤਾਂ ਕੋਈ ਬਹੁਤ ਮਹਾਨ ਕਰਨੀ ਦੇ ਮਾਲਕ ਉੱਚ ਦੇ ਪੀਰ ਧਰਤੀ ਦੇ ਉੱਪਰ ਵਿਚਰ ਰਹੇ ਹਨ। ਆਏ ਨਿਕਟ ਕੋ ਬੰਧਨ ਕਰਹੀ। ਕਈ ਤਾਂ ਫਿਰ ਮਹਾਰਾਜ ਦੇ ਨੇੜੇ ਹੋ ਕੇ ਵੀ ਨਮਸਕਾਰ ਕਰਨ ਲੱਗ ਜਾਂਦੇ ਹਨ। ਨਿਸ਼ਚੈ ਕੋਈ ਨਹੀਂ ਮਨ ਧਰਹੀ। ਪਰ ਅਸਲੀਅਤ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਸੀ। ਇਸੇ ਪ੍ਰਕਾਰ ਗਮਨ ਤੇ ਆਏ। ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਚਲਦੇ ਆ ਜਿੱਥੇ ਅੱਜ ਕੱਲ ਗੁਰਦੁਆਰਾ ਆਲਮਗੀਰ ਸਾਹਿਬ ਹੈ, ਇੱਥੇ ਵੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਚਲਤ ਗ੍ਰਾਮ ਹੇਹਰ ਨੀਰਾਏ। ਜਿਹੜਾ ਹੈਰ ਪਿੰਡੇ ਤਾਂ ਥੋੜਾ ਜਿਹਾ ਅੱਗੇ ਪੈਂਦਾ ਹੈ, ਉਹ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ 'ਚ ਰਾਹ ਦੇ ਵਿੱਚ ਜਾਂਦਿਆਂ ਹੋਇਆਂ ਭਾਈ ਮਨੀ ਸਿੰਘ ਜੀ ਦੇ ਜਿਹੜੇ ਭਰਾ ਲੱਗਦੇ ਸੀ ਭਾਈ ਨਗਾਈਆ ਜੀ, ਉਹਨੇ ਵੀ ਸਤਿਗੁਰੂ ਜੀ ਦੀ ਜਦੋਂ ਪਹਿਚਾਣ ਕੀਤੀ, ਇਹਨੇ ਵੀ ਮਹਾਰਾਜ ਦੀ ਸੇਵਾ ਵਾਸਤੇ ਆਪਣੇ ਵੱਲੋਂ ਇੱਕ ਬਹੁਤ ਵੱਡਾ ਕੱਦ ਵਾਲਾ ਮਹਿੰਗਾ ਘੋੜਾ ਸੇਵਾ ਦੇ ਵਿੱਚ ਭੇਟਾ ਕੀਤਾ ਸੀ। ਪਹਿਲਾਂ ਵੀ ਭਾਈ ਨਗਾਈਆ ਜੀ ਸਤਿਗੁਰੂ ਜੀ ਦੀ ਇਹੋ ਜਿਹੀ ਸੇਵਾ ਆਨੰਦਪੁਰ ਦੇ ਵਿੱਚ ਕਰਦੇ ਰਹਿੰਦੇ ਸਨ। ਨਬੀ ਗਨੀ ਸਨ ਤਬ ਗੁਰ ਕਹੈ। ਉਸ ਸਮੇਂ ਭਾਈ ਗਨੀ ਖਾਂ ਔਰ ਨਬੀ ਖਾਂ ਨੂੰ ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕਰਕੇ ਕਹਿਣ ਲੱਗੇ ਸਨ, ਇਹਾਂ ਕਿਰਪਾਲ ਉਦਾਸੀ ਰਹੈ। ਭਾਵੇਂ ਜਿਹੜਾ ਸੀ ਕਿਰਪਾਲ ਦਾਸ ਮਹੰਤ, ਜਿਹਨੇ ਭੰਗਾਣੀ ਦੇ ਯੁੱਧ ਦੇ ਵਿੱਚ ਇਹੋ ਜਿਹਾ ਕੁੱਤਕਾ ਮਾਰ ਕਰਕੇ ਜਿਹੜੇ ਹਯਾਤ ਖਾਂ ਦੀ ਉਸ ਸਮੇਂ ਹੱਡੀ ਹੱਡੀ ਚਾਰੇ ਪਾਸੇ ਖੰਡਾਤੀ, ਮਿੱਝ ਨਿਕਲ ਕਰਕੇ ਸਰੀਰ ਦੇ ਚਾਰੇ ਪਾਸੇ ਖਿਲਰ ਗਈ ਸੀ। ਉਹ ਸੀ ਬ੍ਰਹਮ ਬੇਤਾ, ਬੰਦਗੀ ਕਰਨ ਵਾਲਾ ਸਾਧੂ ਫਕੀਰ। ਪਰ ਇਸ ਸਮੇਂ ਇਸ ਦੀ ਗੱਦੀ ਦੇ ਉੱਪਰ ਹੋਰ ਕੋਈ ਜੋ ਵੀ ਮਹੰਤ ਬੈਠਾ ਸੀ। ਮਹਾਰਾਜ ਜਦੋਂ ਇਸ ਹੇਰ ਪਿੰਡ ਦੇ ਵਿੱਚ ਪਹੁੰਚ ਗਏ ਹਨ, ਰਵ ਅਸਤਿਓ ਸੰਧਿਆ ਅਬ ਹੋਈ। ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਹੁਣ ਸੂਰਜ ਤਾਂ ਛਿਪ ਗਿਆ, ਚਾਰੇ ਪਾਸੇ ਅੰਧੇਰਾ ਹੋਣ ਲੱਗ ਪਿਆ ਸੀ। ਡੇਰਾ ਕਰਿਓ ਚਾਹੇ ਥਲ ਸੋਈ। ਮਹਾਰਾਜ ਹੁਣ ਇਸ ਦੇ ਅਸਥਾਨ ਤੇ ਜਾ ਕਰਕੇ ਆਪਣਾ ਡੇਰਾ ਕਰਨਾ ਚਾਹੁੰਦੇ ਸਨ। ਬਹੁਤ ਦੂਰ ਹੀ ਅਬ ਚੱਲ ਆਏ। ਵੀ ਹੁਣ ਆਪਾਂ ਨੇ ਕਾਫੀ ਜਿਹੜਾ ਪਿੰਡਾ ਵੀ ਤੈਅ ਕਰ ਲਿਆ ਹੈ। ਅਗਰ ਗਮਨ ਅਬ ਨਹਿ ਬਨ ਆਏ। ਰਾਤ ਦੇ ਟਾਈਮ ਤੇ ਕੋਰ ਬਿਆਬਾਨਾ ਜੰਗਲਾਂ ਦੇ ਵਿੱਚੋਂ ਤਾਂ ਜਾਣਾ ਵੀ ਬੜਾ ਔਖਾ ਹੋ ਜਾਏਗਾ। ਇਹਾਂ ਜਾਮਨੀ ਬਸਹਿ ਬਿਤਾਵੈ। ਮਹਾਰਾਜ ਨੇ ਸੋਚਿਆ ਵੀ ਇੱਥੇ ਡੇਰੇ ਦੇ ਵਿੱਚ ਰਹਿ ਕੇ ਜਿਹੜੀ ਰਾਤ ਬੜੇ ਸੁੱਖਾਂ ਦੇ ਨਾਲ ਬਤੀਤ ਹੋ ਜਾਣੀ ਹੈ। ਉਠ ਪ੍ਰਭਾਤ ਕੋ ਅਗਰ ਸਿਧਾਵੈ। ਜਦੋਂ ਪੌ ਫਟਾਲਾ ਹੋ ਗਿਆ, ਫਿਰ ਆਪਾਂ ਇੱਥੋਂ ਆਪਣੇ ਅੱਗੇ ਨੂੰ ਚਾਲੇ ਮਾਰ ਦੇਣੇ ਹਨ। ਤੁਮ ਵੀ ਇਸ ਥਲ ਤੇ ਹਟ ਜਾਵੋ। ਸਰਬੰਸ ਦਾਨੀ ਸਤਿਗੁਰੂ ਜੀ ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਕਹਿਣ ਲੱਗਾ ਵੀ ਹੁਣ ਤੁਸੀਂ ਸਾਡੀ ਬਹੁਤ ਵੱਡੀ ਜਿਹੜੀ ਸੇਵਾ ਕਰ ਦਿੱਤੀ ਹੈ। ਮਿਲ ਬਿਰਾਦਰੀ ਨਿਜ ਦਿਖਰਾਵੋ। ਸਤਿਗੁਰੂ ਜੀ ਇਸ ਥਾਂ ਤੋਂ ਫਿਰ ਦੋਵੇਂ ਭਰਾਵਾਂ ਨੂੰ
ਵਾਪਸ ਮੋੜਨਾ ਚਾਹੁੰਦੇ ਸੀ। ਆਗੇ ਗਮਨ ਸੁਗਮ ਹੀ ਹੈ। ਸਤਿਗੁਰੂ ਜੀ ਨੇ ਵਚਨ ਕੀਤਾ ਵੀ ਅੱਗੇ ਤਾਂ ਸਾਨੂੰ ਜਾਣਾ ਵੀ ਬੜਾ ਸੌਖਾ ਹੋ ਜਾਏਗਾ। ਇਹੋ ਜਿਹੇ ਘਣੇ ਜੰਗਲਾਂ ਰੋਈਆਂ ਦੇ ਵਿੱਚ ਜਿਹੜੀ ਤੁਰਕਾਂ ਦੀ ਫੌਜ ਵੀ ਇੱਥੇ ਤੱਕ ਨਹੀਂ ਆ ਸਕੇਗੀ। ਜੰਗਲ ਦੇਸ਼ ਗੁਰੂ ਸਿੱਖ ਰਹੈ। ਮਾਲਵੇ ਦੇ ਇਲਾਕੇ 'ਚ ਬੜੇ ਜਿਹੜੇ ਗੁਰੂ ਕੇ ਪਿਆਰੇ ਸੇਵਾ ਕਰਨ ਵਾਲੇ ਰਹਿੰਦੇ ਹਨ। ਸੁਨਤ ਖਾਨ ਬੋਲੇ ਤਬ ਅਰਜੀ। ਪਰ ਉਹ ਸਮੇਂ ਕਿਹੋ ਜੀ ਦੋਵੇਂ ਭਰਾਵਾਂ ਦੇ ਮਨ ਦੇ ਅੰਦਰ ਸ਼ਰਧਾ ਭਾਵਨਾ ਕਿਤਨਾ ਪ੍ਰੇਮ ਭਰਿਆ ਹੋਇਆ ਸੀ। ਗਨੀ ਕਾ ਤੇ ਨਬੀ ਕਾ ਦੋਵੇਂ ਹੱਥ ਜੋੜ ਕੇ ਸਰਬੰਸ ਦਾਨੀ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਵੀ ਆਪ ਦੀ ਮੌਜ ਹੈ, ਆਪ ਦੀ ਮਰਜ਼ੀ ਹੈ। ਸਾਨੂੰ ਤਾਂ ਜੇ ਕਹੋ ਅਸੀਂ ਅੱਗੇ ਵੀ ਆਪਦੇ ਨਾਲ ਜਾ ਕਰਕੇ ਹੋਰ ਸੇਵਾ ਕਰਨ ਦੇ ਲਈ ਤਿਆਰ ਤਿਆਰ ਹਾਂ। ਹਮ ਅਨੁਸਾਰ ਆਪ ਕੀ ਮਰਜੀ। ਸੱਚੇ ਪਾਤਸ਼ਾਹ ਵੀ ਅਸੀਂ ਤਾਂ ਹਮੇਸ਼ਾ ਵਾਸਤੇ ਆਪ ਦੇ ਹੁਕਮ ਦੀ ਪਾਲਣਾ ਕਰਨੀ ਹੈ। ਜੇ ਹਮ ਬਿਨ ਨਹਿ ਸਰੈ ਅਗਾਰੀ। ਜੇਕਰ ਸਾਥੋਂ ਬਗੈਰ ਅੱਗੇ ਜਾਣ ਵਾਸਤੇ ਨਹੀਂ ਸਰੇਗਾ। ਹਟ ਆਵੈ ਦਵੈ ਦਿਵਸ ਪਿਛਾਰੀ। ਸਾਨੂੰ ਤਾਂ ਕੋਈ ਇਹੋ ਜੀ ਪਿੱਛੇ ਪਰਿਵਾਰ ਦੀ ਚਿੰਤਾ ਨਹੀਂ। 2-4 ਦਿਨਾਂ ਤੋਂ ਬਾਅਦ ਫਿਰ ਅਸੀਂ ਵਾਪਸ ਮੁੜਾਵਾਂਗੇ। ਜੇਤਕ ਸੇਵਾ ਬਨਹਿ ਤੁਹਾਰੀ। ਮਹਾਰਾਜ ਜਿਤਨੀ ਕੁ ਸੇਵਾ ਸਾਡੇ ਦੋਵੇਂ ਭਰਾਵਾਂ ਦੇ ਕੋਲੋਂ ਆਪ ਦੀ ਇਹੋ ਜਿਹੇ ਮੌਕੇ 'ਤੇ ਹੋ ਜਾਣੀ ਹੈ। ਪਰਮ ਲਾਭ ਕਲਿਆਣ ਹਮਾਰੀ। ਮਹਾਰਾਜ ਇਹ ਤੋਂ ਵੱਡਾ ਹੋਰ ਸਾਨੂੰ ਕਿਹੜਾ ਲਾਭ ਪ੍ਰਾਪਤ ਹੋ ਸਕਦਾ ਹੈ। ਇਮ ਬੋਲਤ ਮਗ ਉਲੰਘਿਓ ਸਾਰਾ। ਇਹੋ ਮਹਾਰਾਜ ਇਹਨਾਂ ਦੇ ਨਾਲ ਬਚਨ ਬਿਲਾਸ ਕਰਦਿਆਂ ਹੋਇਆਂ ਕਾਫੀ ਅੱਗੇ ਨੂੰ ਚਲੇ ਗਏ ਸੀ। ਥਾਨ ਉਦਾਸੀ ਪਹੁੰਚ ਨਿਹਾਰਾ। ਜਦੋਂ ਇਹਨਾਂ ਉਦਾਸੀ ਮਹਾਤਮਾ ਦਾ ਜਾ ਕਰਕੇ ਸਤਿਗੁਰੂ ਜੀ ਨੇ ਸਾਹਮਣੇ ਸਥਾਨ ਦੇਖਿਆ ਸੀ। ਸੁਨੀ ਕਾਨ ਮਹਿ ਸਾਧ ਕਿਰਪਾਲ। ਜਿਹੜਾ ਸੀ ਕਿਰਪਾਲ ਦਾਸ ਮਹੰਤ ਦਾ ਅੱਗੇ ਚੇਲਾ, ਉਹਨੇ ਮਹਾਰਾਜ ਦੇ ਆਉਣ ਦੀ ਗੱਲ ਆਪਣੇ ਕੰਨਾਂ ਦੇ ਨਾਲ ਸੁਣ ਲਈ। ਕਿਰਪਾਲ ਦਾਸ ਮਹੰਤ ਦਾ ਜਿਹੜਾ ਪਾਵਨ ਸਥਾਨ ਪੌਂਟਾ ਸਾਹਿਬ ਦੇ ਵਿੱਚ ਅੱਜ ਤੱਕ ਬਣਿਆ ਹੋਇਆ ਹੈ, ਉਹ ਬਹੁਤ ਵੱਡੀ ਸਿਲਾ ਉਹ ਵੀ ਉਸੇ ਤਰ੍ਹਾਂ ਉੱਥੇ ਖੜੀ ਹੈ, ਜਿਹਦੇ ਉੱਪਰ ਬੈਠ ਕਰਕੇ ਕਿਰਪਾਲ ਦਾਸ ਮਹੰਤ ਜੀ ਬਹੁਤ ਕਠਨ ਆਪਣੀ ਜੋਤ ਕਰਿਆ ਕਰਦੇ ਸੀ। ਜਿਹੜੇ ਹੁਣ ਇਹੋ ਜਿਹੇ ਬਹੁਤ ਵੱਡੇ ਤਪੀਸ਼ਰ ਘਾਲਣ ਵਾਲੇ, ਉਹ ਤਾਂ ਆਪਣਾ ਜਿਹੜਾ ਸੀਸ ਕੁਰਬਾਨ ਕਰਨ ਦੇ ਲਈ ਹਰ ਵਕਤ ਤਿਆਰ ਰਿਹਾ ਕਰਦੇ ਹਨ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹੜੇ ਹੁਣ ਇਹੋ ਜਿਹੇ ਨਾਮ ਰਸੀਏ ਬੰਦਗੀ ਦੇ ਵਿੱਚ ਭਿੱਜੇ ਹੋਏ ਸਾਧੂ ਫਕੀਰ ਮਹਾਤਮਾ, ਉਹ ਕਦੇ ਡੋਲਦੇ ਥੋੜ੍ਹਾ ਕਰਦੇ ਹਨ। ਪਰ ਇਸ ਵਕਤ ਜਿਹੜਾ ਕਿਰਪਾਲ ਦਾਸ ਮਹੰਤ ਦੀ ਗੱਦੀ ਦੇ ਉੱਪਰ ਹੋਰ ਕੋਈ ਇਹਦਾ ਚੇਲਾ ਬੈਠਾ ਸੀ। ਜਦੋਂ ਉਹਨੇ ਸਤਿਗੁਰੂ ਜੀ ਦੇ ਆਉਣ ਦੀ ਗੱਲ ਆਪਣੇ ਕੰਨਾਂ ਦੇ ਨਾਲ ਸੁਣ ਲਈ ਹੈ। ਆਨ ਪਹੁੰਚੇ ਗੁਰੂ ਕਿਰਪਾਲ। ਵੀ ਆ ਸਾਡੇ ਨੇੜੇ ਦਿਆਲੂ ਕਿਰਪਾਲੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪਹੁੰਚੇ ਹੋਏ ਹਨ। ਉੱਠਿਓ ਸ਼ੀਘਰ ਹੀ ਬਾਹਰ ਆਇਓ। ਉਸ ਬਾਤੇ ਮਹੰਤ ਆਪਣੇ ਡੇਰੇ ਚੋਂ ਉੱਠ ਕਰਕੇ ਬਾਹਰਲੇ ਪਾਸੇ ਆ ਗਿਆ ਸੀ। ਚਰਨ ਸਰੋਜਨ ਕੋ ਲਪਟਾਇਓ। ਪਹਿਲਾਂ ਇਹਨੇ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਬੜੀ ਭਾਵਨਾ ਦੇ ਨਾਲ ਨਮਸਕਾਰ ਕੀਤੀ ਸੀ। ਉਤਰੋ ਪ੍ਰਭੂ ਆਪ ਕੋ ਡੇਰਾ। ਦੋਵੇਂ ਹੱਥ ਜੋੜ ਕਰਕੇ ਔਰ ਰਜੋਈਆਂ ਕਰਨ ਲੱਗ ਪਿਆ। ਮਹਾਰਾਜ ਆਪ ਦੀ ਡੇਰਾ,
ਇੱਥੇ ਜਿਤਨਾ ਮਰਜ਼ੀ ਆਪ ਮਰਜ਼ੀ ਟਾਈਮ ਠਹਿਰ ਸਕਦੇ ਹੋ। ਮੁਝ ਕੋ ਜਾਣ ਲੀਜੀਏ ਚੇਰਾ। ਮੈਂ ਵੀ ਆਪ ਦੇ ਚਰਨਾਂ ਦਾ ਸੇਵਕ ਦਾ ਸਦਾ ਦੇ ਲਈ ਬਣਿਆ ਹੋਇਆ। ਕਰ ਬਿਨਤੀ ਉਤਰਾਏ ਪ੍ਰਿਯੰਕਾ। ਇਹਨੇ ਹੁਣ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਪਲੰਘਾ ਆਪਣੇ ਡੇਰੇ ਦੇ ਵਿੱਚ ਉਤਰਵਾ ਲਿਆ ਸੀ। ਲੈ ਅੰਤਰ ਕੋ ਗਇਓ ਨਿਸ਼ੰਕਾ। ਨਿਸ਼ੰਕ ਹੋ ਕਰਕੇ ਜਦੋਂ ਦਸ਼ਮੇਸ਼ ਪਿਤਾ ਨੂੰ ਆਪਣੇ ਡੇਰੇ ਦੇ ਅੰਦਰ ਲੈ ਕਰਕੇ ਪਹੁੰਚ ਗਿਆ। ਉੱਤਰ ਪਰੇ ਕੀਨਸ ਗੁਰ ਡੇਰਾ। ਜਦੋਂ ਸਰਬਾਗੰਤ ਜਾਮੀ ਸਤਿਗੁਰਾਂ ਨੇ ਇਹਦੇ ਸਥਾਨ ਦੇ ਅੰਦਰਲੇ ਪਾਸੇ ਜਾ ਕਰਕੇ ਆਪਣਾ ਡੇਰਾ ਕਰ ਦਿੱਤਾ। ਆਏ ਸਾਧ ਸਭ ਦਰਸ਼ਨ ਹੀਰਾ। ਜਿਹੜੇ ਹੋਰ ਸਾਧੂ ਮਹਾਤਮਾ ਫਕੀਰ ਰਹਿਣ ਵਾਲੇ ਉਹਨਾਂ ਨੇ ਵੀ ਆ ਕੇ ਫਿਰ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਸੀ। ਕਰ ਕਰ ਬੰਧਨ ਬੈਠੇ ਪਾਸੀ। ਮੱਥਾ ਟੇਕ ਦੇ ਕਰਕੇ ਮਹਾਰਾਜ ਦੇ ਨੇੜੇ ਬੈਠ ਗਏ ਸਨ। ਕਿਤਕ ਲੋਕਾਰ ਸਾਧ ਉਦਾਸੀ। ਹੋਰ ਆਲੇ ਦੁਆਲੇ ਵੀ ਕਾਫੀ ਪ੍ਰੇਮੀਆਂ ਨੂੰ ਮਹਾਰਾਜ ਦੇ ਆਉਣ ਦਾ ਜਦੋਂ ਪਤਾ ਲੱਗ ਚੁੱਕਿਆ ਸੀ। ਤੀਨ ਸਿੰਘ ਅਰ ਦੋਏ ਪਠਾਨ। ਜਿਹੜੇ ਤਿੰਨ ਸਿੰਘ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਦੋਵੇਂ ਭਰਾ ਮਹਾਰਾਜ ਦੇ ਨਾਲ ਮਾਛੀਵਾੜੇ ਤੋਂ ਚੱਲ ਕਰਕੇ ਆਏ ਸਨ। ਕਹਿਓ ਬਾਕ ਸ੍ਰੀ ਗੁਰ ਭਗਵਾਨ। ਉਹ ਸਮੇਂ ਸਤਿਗੁਰੂ ਜੀ ਫਿਰ ਇਹਨਾਂ ਦੋਵਾਂ ਭਰਾਵਾਂ ਨੂੰ ਆਪਣੇ ਵੱਲੋਂ ਬਚਨ ਕਰਨ ਲੱਗੇ ਸਨ। ਹੁਣ ਜਿਸ ਪ੍ਰਕਾਰ ਦੀਨ ਦੁਨੀਆ ਦੇ ਮਾਲਕ ਨੇ ਇਹਨਾਂ ਦੇ ਉੱਪਰ ਬੜੀ ਰਹਿਮਤ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਤੀਨ ਸਿੰਘ ਅਰ ਦੋਏ ਪਠਾਨ। ਕਹਿਓ ਬਾਕ ਸ੍ਰੀ ਗੁਰ ਭਗਵਾਨ। ਤੀਨ ਸਿੰਘ ਅਰ ਦੋਏ ਪਠਾਨ। ਕਹਿਓ ਬਾਕ ਸ੍ਰੀ ਗੁਰ ਭਗਵਾਨ। हे ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ। हे ਪੂਰਨ ਸਰਬ ਮੈਂ